कायनात है तेरी सालगिरह का तोहफा। इन्ना निक्का तोहफा मैनू नहीं चाहिए। एक दफ़ा देखते लै, तेन यकीनन पसंद आएगा। वाकई ये तो मेरा पसंदीदा गिफ्ट है, पर तेनू किद्दां पता लग्या? मैं तेरियां सारियां गल्लां सुन लियां सी ਜਦੋਂ तू। देखो सनी, तुम्हें पता है ना मैं तुम्हारे बगैर नहीं रह सकती। यार मुझे नहीं रहना इनके साथ। इनको मार दो, जो भी कर दो, लेकिन मैंने इनके साथ नहीं रहना है। हाँ, मैंने तुम्हारे साथ रहना है। बाबा मेरे कभी भी नहीं मानेंगे इनके साथ डिवोर्स के लिए। यार तुम इन्हें मार दो, जब ये नहीं होंगे तो मैं तुमसे शादी कर लूँगी। मैं अपनी भैन का इकलौता वारस हाँ। मैं नहीं चाहता कि मेरी भैन मेरी लाश किसी नहर के किनारे दे वेखे। मैं अपनी माँ का इकलौता पुत्र हाँ। मैं नहीं चाहता कि मेरी माँ मेरी लाश के टोटे टोटे वेखे। मैं अपने प्यो का इकलौता सहारा हाँ। मैं नहीं चाहता कि मेरा प्यो मेरी लाश को कंधा देते हुए बेबस नजर आवे, बेबस नजर आवे। उन्होंने तिन्हां दी खुशी की खातर मैं तेरी खुशी तेनू दे दी। थोड़ी देर तक मेरा दोस्त वकील आएगा, बाकी की कार्रवाई वो पूरी कर देगा। नाले गल सुन, मैनू मारन का ख्याल अपने दिल च ना लै गया, अपने दिल च ना लै गया। अस्सलामुअलैकुम मेरा मुंह ते सीधा कर की होया ही। मैनू पता है कि यार मैं इस करके तेरी शादी ते नहीं आ सकिया कि मेरा ना केस बहुत वड्डा जुबंटुआ वाला मेरे कोल सी ते वड्डे बंदे दा केस सी। मैनू माफ कर दे मेरी जान दे टोटे। मैं हुण आ गया ना, हुण मैं तेरे ब्याह दियां सारियां खुशियां सैलीब्रेट करांगा। भाभी नजर नहीं आ रही। भाभी भाभी की गल है, परेशान क्यों है? भाभी कितने आ? अच्छा ਅਸੀਂ ਵਕੀਲ ਹੁੰਨੇ ਆ, ਸਾਨੂੰ ਚਿਹਰੇ ਪੜ ਕੇ ਪਤਾ ਕਰ ਲਈਦਾ ਸੀ ਕਿ ਤੈਨੂੰ ਕੀ ਪ੍ਰੋਬਲਮ ਆ। ਲੜ ਪਿਆ ਏਡੀ ਜਲਦੀ ਲੜ ਪਿਆ? ਓਏ ਜਾਨ ਦੇ ਟੋਟੇ ਆ ਗਿਆ, ਇੰਜ ਸੁਲਾ ਕਰਾਵਾਂਗਾ। ਭਾਬੀ नहीं यार, लड़ाई कोई नहीं हुई, मैं उन्हें तलाक दे दिया। ਉਹ ਤਲਾਕ ਦੇ ਰਿਹਾ? ਉਹ 10 ਦਿਨ ਵਿਆਹ ਚ ਨਹੀਂ ਹੋਏ ਤੇ ਤਲਾਕ ਦੇ ਰਿਹਾ? ਕੋਈ ਟੈਨਸ਼ਨ ਨਹੀਂ, ਮੈਂ ਆਪਣੀ ਭਾਬੀ ਦੀ ਤੇਰੇ ਨਾਲ ਸੁਲ੍ਹਾ ਕਰਾ ਕੇ ਜਾਵਾਂਗਾ। ਭਾਬੀ ਸੁਲ੍ਹਾ ਦੇਖੀ ਮੈਂ ਕਰਵਾਣੀ ਕਿਸ ਤਰ੍ਹਾਂ ਵਾ? ਭਾਬੀ ਕੀ ਕਹਿ ਰਿਹਾ ਮਲਕੋ? ਤੁਸੀਂ ਤਲਾਕ ਲੈ ਰਹੇ ਹੋ? बिल्कुल ठीक कह रहे हैं। ते अपनी वकालत ना अपने कोल रख, घरे जाके करिए अपनी वकालत, इत्थे नहीं। ਇੰਨੀ ਗੱਲ ਵੱਧ ਗਈ ਤੇ ਮੈਂ ਆਪਣੇ ਭਰਾਵਾਂ ਤੋਂ ਵੀ ਬਹੁਤੇ ਪਿਆਰੇ ਯਾਰ ਤੋਂ ਦੂਰ ਕਿਸ ਤਰ੍ਹਾਂ ਰਹਿ ਗਿਆ? ਤੁਸੀਂ ਫੈਸਲਾ ਕਰ ਲਿਆ ਕਿ ਤਲਾਕ ਹੀ ਲੈਣੀ? ਤੇ ਠੀਕ ਹੈ, ਮੈਂ ਵੀ ਵਕੀਲ ਬਣ ਕੇ ਤੁਹਾਨੂੰ ਇੱਕ ਸ਼ਿਕ ਦੱਸ ਰਿਹਾ ਕਿ ਤਲਾਕ ਦੇ ਵਿੱਚ 3 ਮਹੀਨੇ ਦਾ ਟਾਈਮ ਹੈ। ਮੈਂ ਤੁਹਾਨੂੰ ਭਾਬੀ ਤੋਂ ਵੀ ਹਟ ਕੇ ਛੋਟੀਆਂ ਭੈਣਾਂ ਤਰ੍ਹਾਂ ਸਮਝਾ ਰਿਹਾ। ਇਹ 3 ਮਹੀਨੇ ਇਕੱਠੇ ਰਹਿ ਕੇ ਦੇਖ ਲਓ। 3 ਮਹੀਨੇ ਬਾਅਦ 9 ਤਾਰੀਖ ਨੂੰ ਤੁਹਾਡੀ ਡਾਈਵੋਰਸ ਮੈਂ ਖੁਦ ਲੈ ਕੇ ਆਵਾਂਗਾ। ਅੱਲਾ ਹਾਫਿਜ਼।
ਹੁਣ ਕਿਹੜਾ ਜ਼ਹਿਰ ਲੈ ਕੇ ਆਈ ਹੈ ਤਾਂ ਕਿ ਮੈਨੂੰ ਮਾਰ ਸਕੇ? ਜ਼ਹਿਰ ਜ਼ਹਿਰ ਤੇ ਮੈਂ ਪੀਤਾ ਹੈ ਇਨ 3 ਮਹੀਨਿਆਂ ਦੇ ਵਿੱਚ। ਤੁਹਾਡੇ ਨਾਲ ਬੇਵਫਾਈ ਦਾ ਜ਼ਹਿਰ, ਤੁਹਾਡੇ ਨਾਲ ਬਦਤਮੀਜ਼ੀ ਦਾ ਜ਼ਹਿਰ, ਤੁਹਾਡੀ ਬੇਰੁਖੀ ਦਾ ਜ਼ਹਿਰ। ਮੈਨੂੰ ਮਾਫ ਕਰ ਦਿਓ ਤੁਸੀਂ। ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ। ਮੈਂ ਉਹ ਬਦਬਖਤ ਹਾਂ ਜਿਨਨੇ 100 ਰਿਸ਼ਤਾ ਛੱਡ ਕੇ ਉਸ ਇੱਕ ਰਿਸ਼ਤੇ ਨੂੰ ਤਰਜੀਹ ਦਿੱਤੀ। ਮੈਂ ਆਪਣੇ ਮਾਂ-ਬਾਪ, ਤੁਹਾਨੂੰ ਸਭ ਨੂੰ ਛੱਡ ਕੇ ਇੱਕ ਐਸੇ ਮੁੰਡੇ ਨੂੰ ਤਰਜੀਹ ਦਿੱਤੀ ਜਿਹਨੂੰ ਸਿਰਫ ਮੈਂ ਪਿਆਰ ਕਰਦੀ ਸੀ, ਉਹ ਮੈਨੂੰ ਕਰਦਾ ਹੀ ਨਹੀਂ ਸੀ। ਇਹਨਾਂ 3 ਮਹੀਨਿਆਂ 'ਚ ਤੁਸੀਂ ਮੈਨੂੰ ਉਹ ਪਿਆਰ ਦਿੱਤਾ ਕਿ ਜੇ ਮੈਂ ਉਹਦੀ ਹੋ ਵੀ ਜਾਂਦੀ ਤੇ ਉਹ ਜੰਮ ਕੇ ਵੀ ਇੰਨਾ ਪਿਆਰ ਨਹੀਂ ਸੀ ਕਰ ਸਕਦਾ ਮੇਰੇ ਨਾਲ। ਮੈਨੂੰ ਮਾਫ ਕਰ ਦਿਓ, ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ। ਤੂੰ ਤੇ ਮਲਕੂ ਨਾ ਸੋਚ, ਅਸੀਂ ਵਕੀਲ ਆ, ਸਾਨੂੰ ਪਤਾ ਹੁੰਦਾ ਹੈ। ਇਹ ਮੇਰੀਆਂ ਭੈਣਾਂ ਵਰਗੀ ਭਰਜਾਈ ਜੇ ਅੱਜ ਮਾਫੀ ਮੰਗ ਰਹੀ ਹੈ ਤੇ ਤੂੰ ਇੰਨਾ ਲੇਟ ਕਿਉਂ? ਸੁਬਹ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਇਹਦਾ ਮਤਲਬ ਅੱਲਾਹ ਪਾਕ ਨੇ ਮੇਰੀ ਸੁਣ ਲਈ ਕਿ ਮੇਰੀ ਭਰਜਾਈ ਭੈਣਾਂ ਵਰਗੀ ਤੇ ਮੇਰਾ ਦੋਸਤ ਭਰਾਵਾਂ ਤੋਂ ਵੱਧ ਕੇ ਇੱਕ ਹੋ ਗਏ ਨੇ। ਤੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਜਿਹੜੀਆਂ ਲੜਕੀਆਂ 100 ਰਿਸ਼ਤਾ ਛੱਡ ਕੇ ਇੱਕ ਬਣਾਏ ਆਸ਼ਿਕ ਦੇ ਪਿੱਛੇ ਸਾਰਿਆਂ ਨੂੰ ਛੱਡ ਜਾਂਦੀਆਂ ਨੇ, ਘਰ ਛੱਡ ਜਾਂਦੀਆਂ ਨੇ, ਮਾਂ-ਬਾਪ ਛੱਡ ਜਾਂਦੀਆਂ ਨੇ, ਭੈਣਾਂ ਭਰਾ ਛੱਡ ਜਾਂਦੇ ਨੇ, ਓਏ ਉਹਨਾਂ ਦੇ ਭਰਾ ਇੱਜ਼ਤ ਦੇ ਦੁੱਖੋਂ ਬਾਹਰ ਨਿਕਲਣਾ ਛੱਡ ਦਿੰਦੇ ਨੇ, ਉਹਨਾਂ ਦਾ ਪਿਓ ਹਮੇਸ਼ਾ ਲਈ ਸਿਰ ਝੁਕਣਾ ਛੱਡ ਦਿੰਦਾ ਹੈ। ਮੇਰੀ ਹੱਥ ਬੰਨ ਕੇ ਉਹਨਾਂ ਭੈਣਾਂ ਅੱਗੇ ਫਰਿਆਦ ਹੈ ਕਿ 100 ਰਿਸ਼ਤਾ ਛੱਡ ਕੇ ਇੱਕ ਨੂੰ ਤਰਜੀਹ ਨਾ ਦਿਓ। ਹਾਂ, ਕਿ ਸਾਡੇ ਇਸਲਾਮ 'ਚ ਲੜਕੀ ਨੂੰ ਪੁੱਛਣਾ ਜਾਇਜ਼ ਹੈ। ਤੁਸੀਂ ਮਾਂ ਪਿਓ ਵੀ ਪੁੱਛ ਲਿਆ ਕਰੋ ਕਿ ਬੇਟਾ ਇਹ ਉਹ ਲੜਕਾ ਹੈ, ਅਸੀਂ ਤੇਰੀ ਸ਼ਾਦੀ ਕਰ ਦਈਏ। ਆਪਣਾ ਘਰ ਛੱਡ ਕੇ ਕਦੀ ਨਾ ਜਾਣਾ, ਵਰਨਾ ਸਾਰਿਆਂ ਦਾ ਅੰਜਾਮ ਇਸ ਤਰ੍ਹਾਂ ਹੀ ਹੋਏਗਾ। ਸਟੋਰੀ ਅੱਛੀ ਲੱਗੀ ਹੋਵੇ ਤੇ ਸਾਡੇ ਚੈਨਲ ਨੂੰ ਫੋਲੋ, ਲਾਈਕ, ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ। ਅੱਲਾਹ ਹਾਫਿਜ਼।